ਮੇਰਾ ਨਾਮ ਜਸਵਿੰਦਰ ਵਿਰਕ। ਮੈਂ ਤੁਹਾਨੂੰ ਅੱਜ ਟੈਸਟੀਮਨੀ ਆਪਣੀ ਦੱਸਣਾ ਚਾਹੁੰਦਾ, ਆਪਣੀ ਗਵਾਹੀ ਦੇਣਾ ਚਾਹੁੰਦਾ ਮੈਂ ਯਿਸੂ ਮਸੀਹ ਵਿੱਚ ਮੈਂ ਕਿਸ ਤਰ੍ਹਾਂ ਆਇਆ। ਮੇਰਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ ਔਰ ਔਰ ਉਹ ਤੋਂ ਮੈਂ ਇੱਥੇ ਕੈਨੇਡਾ ਵਿੱਚ ਆ ਗਿਆ 1992 ਦੇ ਵਿੱਚ। ਕੈਨੇਡਾ ਵਿੱਚ ਆ ਗਿਆ ਅਤੇ ਇੱਥੇ ਗੁਰਦੁਆਰੇ ਜਾਂਦੇ ਸਾਰਾ ਇੱਥੇ ਜਦੋਂ ਕੋਈ ਯਿਸੂ ਮਸੀਹ ਬਾਰੇ ਕੋਈ ਦੱਸਦੇ ਹੁੰਦੇ ਸੀਗੇ, ਅਸੀਂ ਇਹ ਸਮਝਦੇ ਸੀ ਕਿ ਜਿਹੜਾ ਇਹ ਕ੍ਰਿਸਚਨ ਧਰਮ ਹੈ ਇਹ ਗੋਰਿਆਂ ਦਾ ਧਰਮ ਹੈ, ਅਸੀਂ ਇੱਧਰ ਬਿਲਕੁਲ ਨਹੀਂ ਸੀ ਆਉਣਾ ਚਾਹੁੰਦੇ। ਲੇਕਿਨ ਫਿਰ ਮੇਰੇ ਮਦਰ ਨੂੰ ਕੈਂਸਰ ਹੋ ਗਿਆ 2014 ਦੇ ਵਿੱਚ। 2013 ਦੇ ਵਿੱਚ ਉਹ 1 ਸਾਲ ਚੱਲਦਾ ਰਿਹਾ ਔਰ ਡਾਕਟਰਸ ਨੇ ਜਵਾਬ ਦੇ ਦਿੱਤਾ, ਕਹਿੰਦੇ ਹੁਣ ਇਹ ਕੈਂਸਰ ਠੀਕ ਨਹੀਂ ਹੋਣਾ। ਫਿਰ ਸਾਨੂੰ ਕੋਈ ਲੋਕ ਸਾਡੇ ਮਾਮਾ ਜੀ, ਹੋਰ ਲੋਕ ਆਉਂਦੇ ਸੀਗੇ ਮਿਲਣ, ਅਤੇ ਸਾਡੇ ਮਾਮਾ ਜੀ ਦੇ ਸਾਲੇ ਉਹ ਸਾਨੂੰ ਇੱਕ ਰਿਸ਼ਤੇਦਾਰ ਸਾਨੂੰ ਮਿਲਣ ਆਏ। ਉਹਨਾਂ ਨੇ ਕਿਹਾ ਮੈਂ ਚਰਚ ਜਾਂਦਾ ਔਰ ਤੁਸੀਂ ਚਰਚ ਜਾ ਕੇ ਟਰਾਈ ਕਰੋ, ਅਰਦਾਸ ਕਰਾਓ, ਪ੍ਰੇ ਕਰਾਓ, ਉੱਥੇ ਬਹੁਤ ਲੋਕ ਠੀਕ ਹੁੰਦੇ ਆ। ਔਰ ਅਸੀਂ ਸੋਚਿਆ ਵੀ ਚਲੋ ਕੋਈ ਹਰਜ ਨਹੀਂ ਅਰਦਾਸ ਕਰਾਉਣ ਦਾ, ਅਸੀਂ ਕ੍ਰਿਸਚਨ ਤਾਂ ਬਣਨਾ ਨਹੀਂ ਹੈਗਾ। ਕੋਈ ਮਨ ਦੇ ਵਿੱਚ ਇਹ ਕੋਈ ਪਛਤਾਵਾ ਨਾ ਰਹੇ, ਸ਼ਾਇਦ ਅਰਦਾਸ ਕਰਾ ਲੈਂਦੇ ਤਾਂ ਉੱਥੇ ਚਰਚ ਵਿੱਚ ਜਾ ਕੇ ਤਾਂ ਸ਼ਾਇਦ ਠੀਕ ਹੋ ਜਾਂਦੇ। ਅਤੇ ਅਸੀਂ ਕੋਈ ਕ੍ਰਿਸਚਨ ਨਹੀਂ ਬਣਨਾ, ਸਿਰਫ ਅਰਦਾਸ ਕਰਾਉਣੀ ਆ। ਔਰ ਸਾਡੇ ਕੋਈ ਇੱਕ ਭੈਣ ਥੱਲੇ ਰਹਿੰਦੀ ਸੀ, ਉਹਦਾ ਨਾਂ ਅਨੀਤਾ। ਉਹ ਸਾਨੂੰ ਕਾਫੀ ਉਹ ਯਿਸੂ ਮਸੀਹ ਬਾਰੇ ਦੱਸਦੇ ਹੁੰਦੇ ਸੀ, ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਹੁੰਦੇ। ਉਹ ਕ੍ਰਿਸਚਨ ਹੈ, ਯਿਸੂ ਮਸੀਹ ਬਾਰੇ ਦੱਸਦੇ ਹੁੰਦੇ ਸੀ ਔਰ ਅਸੀਂ ਉਹਨੂੰ ਕਿਹਾ ਤੂੰ ਸਾਡੇ ਲਈ ਅਰਦਾਸ ਕਰ ਤਾਂ ਕਿ ਮੰਮੀ ਠੀਕ ਹੋ ਜਾਣ। ਅਤੇ ਪਰ ਅਸੀਂ ਕ੍ਰਿਸਚਨ ਨਹੀਂ ਬਣਨਾ ਹੈਗਾ, ਸਿਰਫ ਸਾਨੂੰ ਇਹੀ ਚਾਹੀਦਾ ਵਾ ਤੂੰ ਉਹ ਜੇ ਠੀਕ ਹੋ ਸਕਦੇ ਠੀਕ ਹੋ ਜਾਣ ਕੈਂਸਰ ਮਦਰ ਦਾ। ਔਰ ਉਹਨੇ ਅਰਦਾਸ ਕੀਤੀ, ਉਹਨੇ ਪ੍ਰੇ ਕੀਤੀ। ਇਹ 2014 ਦੀ ਗੱਲ ਆ, ਆਪਣੇ ਮਾਰਚ ਦੇ ਐਂਡ ਅਪ੍ਰੈਲ ਦੇ ਵਿੱਚ ਉਹਨੇ ਅਰਦਾਸਾਂ ਉਹ ਸ਼ੁਰੂ ਕੀਤੀਆਂ ਸਾਡੇ ਲਈ। ਉਹ ਜਦੋਂ ਵੀ ਉਹ ਅਰਦਾਸ ਕਰਦੀ ਸੀਗੀ ਮੰਮੀ ਦੇ ਲਈ ਠੀਕ ਹੋਣ ਦੇ ਲਈ, ਮੇਰੇ ਮਦਰ ਦੇ ਲਈ, ਮੇਰੇ ਡੈਡੀ, ਮੈਂ, ਸਾਰਾ ਪਰਿਵਾਰ ਅਸੀਂ ਇੱਥੇ ਕੈਨੇਡਾ ਵਿੱਚ ਰਹਿੰਦੇ ਹਾਂ। ਔਰ ਜਦੋਂ ਵੀ ਉਹ ਅਰਦਾਸ ਕਰਦੀ ਸੀ ਉਹ ਯਿਸੂ ਮਸੀਹ ਦੀ, ਰੱਬ ਦੀ ਬੜਾਈ ਕਰਦੀ ਸੀਗੀ ਸਾਰਾ ਕੁਛ, ਅਤੇ ਕਹਿੰਦੀ ਸੀ ਅੱਖਾਂ ਬੰਦ ਕਰ ਲਓ, ਆਪਾਂ ਅਰਦਾਸ ਕਰਦੇ ਹਾਂ ਹੀ ਮੰਮੀ ਦੇ ਠੀਕ ਹੋਣ ਦੇ ਵਾਸਤੇ। ਔਰ ਜਦੋਂ ਵੀ ਉਹ ਅਰਦਾਸ ਕਰਦੀ ਸੀ ਮੇਰੇ ਮਨ ਨੂੰ ਕੁਛ ਹੁੰਦਾ ਸੀਗਾ, ਮੇਰੇ ਜਿੱਦਾਂ ਦਿਲ ਨੂੰ ਕੁਛ ਹੋ ਰਿਹਾ, ਕੁਛ ਇਸ ਤਰ੍ਹਾਂ ਹੁੰਦਾ ਸੀਗਾ। ਔਰ ਮੈਂ ਅਚਾਨਕ ਬਸ ਮੈਂ ਰੋਣ ਲੱਗ ਪੈਂਦਾ ਹੁੰਦਾ ਸੀਗਾ, ਅਤੇ ਮੈਨੂੰ ਇਹ ਨਹੀਂ ਸੀ ਪਤਾ ਮੈਂ ਕਿਉਂ ਰੋ ਰਿਹਾ ਹਾਂ। ਮੈਂ ਇਸ ਕਰਕੇ ਨਹੀਂ ਸੀ ਰੋ ਰਿਹਾ ਕਿ ਮੇਰੇ ਮਦਰ ਨੇ ਹੁਣ ਚੱਲ ਜਾਣਾ ਆ, ਡਾਕਟਰਾਂ ਨੇ ਜਵਾਬ ਦਿੱਤਾ ਆ ਮੇਰੀ ਮਦਰ ਵਿਛੜ ਜਾਊਗੀ, ਇਹੋ ਜਿਹਾ ਨਹੀਂ ਸੀਗਾ ਕੁਛ ਵੀ। ਮੈਂ ਤਾਂ ਸਿਰਫ ਜੋ ਬੋਲਦੀ ਸੀ ਉਹ ਭੈਣ, ਉਹਦੇ 'ਤੇ ਧਿਆਨ ਹੁੰਦਾ ਸੀਗਾ, ਪਰ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਕੁਛ ਹੋ ਰਿਹਾ ਹੁੰਦਾ ਸੀ ਇਸ ਤਰ੍ਹਾਂ। ਔਰ ਬੜਾ ਹਲਕਾ ਬਾਅਦ ਵਿੱਚ ਮਹਿਸੂਸ ਕਰਦਾ ਹੁੰਦਾ ਸੀਗਾ, ਵਧੀਆ ਲੱਗਦਾ ਸੀਗਾ ਬਾਅਦ ਦੇ ਵਿੱਚ, ਸ਼ਾਂਤੀ, ਬੜਾ ਦਿਨ ਬੜਾ ਵਧੀਆ ਸਕੂਨ ਦੇ ਵਿੱਚ ਨਿਕਲਣਾ। ਮੈਂ ਸਮਝਿਆ ਨਹੀਂ ਵੀ ਕਿਉਂ ਇਸ ਤਰ੍ਹਾਂ ਹੁੰਦਾ ਆ। ਅਤੇ ਇਸ ਤਰ੍ਹਾਂ ਮੈਂ ਕਿਹਾ ਸ਼ਾਇਦ ਮਨ ਦੇ ਵਿੱਚ ਜੋ ਥੋੜ੍ਹਾ ਜੋ ਪ੍ਰੈਸ਼ਰ, ਜੋ ਆਪਣੇ ਗੁਬਾਰ ਜਾਂ ਉਹ ਬੁਗਬੁਗਲਾਹਟ ਕਹਿੰਦੇ ਪੰਜਾਬੀ 'ਚ, ਉਹ ਨਿਕਲ ਗਿਆ ਹੁਣ ਤਾਂ ਮੈਂ ਸ਼ਾਇਦ ਹਲਕਾ ਮਹਿਸੂਸ ਕਰਦਾ ਹਾਂ। ਅਤੇ ਇਸ ਤਰ੍ਹਾਂ ਉਹ ਪ੍ਰੇ ਕਰਦੀ ਰਹੀ, ਕੋਈ 2 ਹਫ਼ਤੇ ਇਸ ਤਰ੍ਹਾਂ ਚੱਲਦਾ ਰਿਹਾ। ਜਦੋਂ ਵੀ ਉਹਨੇ ਆਉਣਾ ਦੂਸਰੇ ਤੀਸਰੇ ਦਿਨ ਪ੍ਰੇ ਕਰਨ, ਅਰਦਾਸ ਕਰਨ, ਉਹ ਮੈਨੂੰ ਇਸੇ ਤਰ੍ਹਾਂ ਹੀ ਮੈਂ ਬਸ ਰੋ ਪਿਆ ਕਰਨਾ। ਔਰ ਮੈਨੂੰ ਸਮਝ ਨਹੀਂ ਸੀ ਲੱਗਦਾ ਕਿਉਂ। ਬਾਅਦ ਵਿੱਚ ਉਹਦੇ ਪ੍ਰੇ ਖਤਮ ਹੋਣ ਤੋਂ ਪਹਿਲਾਂ ਕੋਸ਼ਿਸ਼ ਕਰਨੀ ਮੈਂ ਸਾਰਾ ਮੂੰਹ ਆਪਣਾ ਸਾਫ਼ ਕਰਕੇ ਠੀਕ ਕਰਕੇ ਜਦੋਂ ਬਹਿ ਜਾਵਾਂ ਕਿਸ ਤਰ੍ਹਾਂ ਕੁਛ ਨਹੀਂ ਹੋਇਆ, ਜਦੋਂ ਕਿਉਂਕਿ ਸਾਰੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸੀਗੀਆਂ। ਅਤੇ ਇਸ ਤਰ੍ਹਾਂ 2 ਹਫ਼ਤੇ ਚੱਲਦਾ ਰਿਹਾ। ਫਿਰ 2014 ਦੀ ਗੱਲ ਆ, 12 ਅਪ੍ਰੈਲ ਦੀ ਗੱਲ ਆ, ਸਵੇਰੇ 6:30 ਵਜੇ ਦੀ ਗੱਲ ਆ, ਮੈਂ ਸੁੱਤਾ ਪਿਆ ਹਾਂ ਔਰ ਮੈਨੂੰ ਅਚਾਨਕ ਆਵਾਜ਼ ਸੁਣੀ, ਯਿਸੂ ਮਸੀਹ ਬੁਲਾ ਰਿਹਾ ਆ, ਯਿਸੂ ਮਸੀਹ ਬੁਲਾ ਰਿਹਾ ਆ, ਯਿਸੂ ਮਸੀਹ ਬੁਲਾ ਰਿਹਾ ਆ। ਔਰ ਮੈਂ ਇੱਕਦਮ ਅਚਾਨਕ ਉੱਠ ਕੇ ਬਹਿ ਗਿਆ। ਮੈਂ ਕਿਹਾ ਆਹ ਕੌਣ ਮੇਰੇ ਕੰਨ ਵਿੱਚ ਆਵਾਜ਼ ਮਾਰਿਆ, ਮੇਰੇ ਰੂਮ 'ਚ ਕੌਣ ਆ ਗਿਆ ਇੱਥੇ ਸਵੇਰੇ ਸਵੇਰੇ। ਮੈਂ ਆਸੇ ਪਾਸੇ ਦੇਖਿਆ, ਉੱਥੇ ਤਾਂ ਕੋਈ ਵੀ ਨਹੀਂ, ਕੁਛ ਵੀ ਨਹੀਂ ਸੀਗਾ। ਮੈਂ ਕਿਹਾ ਸ਼ਾਇਦ ਮੇਰੇ ਰੂਮ ਦੇ ਵਿੱਚ ਆ ਗਿਆ, ਕਿ ਉਹ ਆਵਾਜ਼ ਕਿਸੇ ਫੈਮਿਲੀ ਮੈਂਬਰ ਦੀ ਆਵਾਜ਼ ਨਹੀਂ ਸੀਗੀ। ਔਰ ਮੈਂ ਸਮਝਿਆ ਨਹੀਂ ਇਹ ਕਿਉਂ ਇਸ ਤਰ੍ਹਾਂ ਆਵਾਜ਼ ਆਈ ਹੈ। ਮੈਂ ਆਸੇ ਪਾਸੇ ਦੇਖਿਆ ਕੁਛ ਵੀ ਨਹੀਂ ਹੈਗਾ, ਮੇਰੇ ਵਾਈਫ ਵੀ ਸੁੱਤੇ ਪਏ ਆ ਹਾਲੇ। ਅਤੇ ਮੈਂ ਟਾਈਮ ਦੇਖਿਆ 6:30 ਹੋਏ ਆ। ਮੈਂ ਕਿਹਾ ਹਾਲੇ ਮੇਰਾ ਅਲਾਰਮ ਨਹੀਂ ਵੱਜਿਆ, ਹਾਲੇ ਮੈਂ ਹੋਰ ਸੌਣਾ ਸੀ, ਚਲੋ ਮੈਂ ਹੋਰ ਸੌਂ ਜਾਂਦਾ। ਇਹ ਤਾਂ ਸੁਪਨਾ ਹੀ ਹੋਣਾ ਹੈ। ਸੁਪਨੇ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਸੁਪਨੇ ਹੁੰਦੇ ਐਵੇਂ ਹੁੰਦੇ, ਕੁਛ ਨਹੀਂ ਹੁੰਦਾ, ਇਹ ਕੋਈ ਮਤਲਬ ਨਹੀਂ, ਮੀਨਿੰਗ ਨਹੀਂ ਹੁੰਦਾ ਹੈਗਾ। ਅਤੇ ਪਰ ਉਹ ਆਵਾਜ਼ ਮੈਨੂੰ ਸੱਚੀ ਕੰਨ ਵਿੱਚ ਸੁਣੀ ਸੀ, ਪਰ ਮੈਂ ਕੁਛ ਉਸਨੂੰ ਸਮਝ ਨਹੀਂ ਸਕਿਆ ਕੀ ਗੱਲ ਸੀਗੀ। ਫਿਰ ਮੈਂ
ਦੇਖਿਆ, ਮੈਂ ਕਿਹਾ ਹਾਲੇ ਮੇਰੇ ਕੋਲ ਟਾਈਮ ਹੈਗਾ, ਹਾਲੇ ਮੈਂ ਹੋਰ ਸੌਂ ਲਵਾਂ। ਮੈਂ ਦੂਜੇ ਪਾਸੇ ਨੂੰ ਪਾਸਾ ਲੈ ਕੇ ਸਰਾਣੇ 'ਤੇ ਸਿਰ ਰੱਖਿਆ ਸੌਣ ਦੇ ਵਾਸਤੇ। ਜਦੋਂ ਮੈਂ ਸਿਰ ਰੱਖਿਆ ਸੌਣ ਦੇ ਵਾਸਤੇ, ਅੱਖਾਂ ਬੰਦ ਕੀਤੀਆਂ, ਮੈਂ ਜਾਗਦਾ ਹੀ ਪਿਆ ਸੀਗਾ। ਔਰ ਮੈਨੂੰ ਉਹ ਆਵਾਜ਼ ਫੇਰ ਸੁਣੀ, ਯਿਸੂ ਮਸੀਹ ਬੁਲਾ ਰਿਹਾ ਆ, ਯਿਸੂ ਮਸੀਹ ਬੁਲਾ ਰਿਹਾ ਆ, ਯਿਸੂ ਮਸੀਹ ਬੁਲਾ ਰਿਹਾ ਆ, ਜੀਸਸ ਕਾਲਿੰਗ, ਜੀਸਸ ਕਾਲਿੰਗ, ਜੀਸਸ ਕਾਲਿੰਗ। ਉਹ ਆਵਾਜ਼ ਮੈਨੂੰ ਕੰਨ ਵਿੱਚ ਫੇਰ ਸੁਣੀ। ਉਹ ਸੁਪਨਾ ਨਹੀਂ ਸੀਗਾ, ਮੈਂ ਹਾਲੇ ਜਾਗਦਾ ਹੀ ਸੀਗਾ। ਹਾਲੇ ਮੈਂ ਅੱਖਾਂ ਝਮੱਕੀਆਂ ਸੀ, ਬੰਦ ਕੀਤੀਆਂ ਸੀਗੀਆਂ ਸੌਣ ਦੇ ਵਾਸਤੇ। ਮੈਨੂੰ ਸੱਚਮੁੱਚ ਉਹ ਆਵਾਜ਼ ਕੰਨਾਂ ਵਿੱਚ ਫਿਰ ਸੁਣੀ। ਫਿਰ ਅਚਾਨਕ ਪਤਾ ਨਹੀਂ ਕਿਸ ਤਰ੍ਹਾਂ ਮੈਂ ਆਪੇ ਹੀ ਉੱਠ ਕੇ ਬਹਿ ਗਿਆ ਔਰ ਮੈਂ ਰੋ ਰਿਹਾ ਹਾਂ। ਮੈਂ ਇਹ ਕਹਿੰਦਾ, ਯਿਸੂ ਮਸੀਹ ਤੂੰ ਤੂੰ ਮੈਨੂੰ ਬੁਲਾ ਰਿਹਾ ਆ? ਮੈਨੂੰ ਕਾਹਤੇ ਬੁਲਾ ਰਿਹਾ ਆ? ਮੈਂ ਤਾਂ ਪਾਪੀ ਹਾਂ, ਮੈਂ ਤਾਂ ਪਾਪੀ ਹਾਂ, ਤੂੰ ਮੇਰੇ ਕੋਲ ਕਾਹਤੇ ਆ ਗਿਆ? ਮੈਨੂੰ ਇਸ ਤਰ੍ਹਾਂ ਰੱਬ ਦੀ ਹਜ਼ੂਰੀ, ਉਸਦੀ ਇਸ ਤਰ੍ਹਾਂ ਮਹਿਸੂਸ ਹੋਈ, ਉਸਦੀ ਪਵਿੱਤਰਤਾ ਹੀ ਇਸ ਤਰ੍ਹਾਂ ਇੰਨੀ ਮਹਿਸੂਸ ਹੋਈ। ਔਰ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਮੈਂ ਤਾਂ ਤੇਰੇ ਕਾਬਲ ਹੀ ਨਹੀਂ ਹੈਗਾ, ਪਵਿੱਤਰ ਹਾਂ, ਮੈਂ ਪਾਪੀ ਹਾਂ। ਇਸ ਤਰ੍ਹਾਂ ਮੈਂ ਕਿਸ ਤਰ੍ਹਾਂ ਮੈਂ ਤੇਰੇ ਸਾਹਮਣੇ ਤਾਂ ਖੜ੍ਹ ਵੀ ਨਹੀਂ ਸਕਦਾ। ਔਰ ਇਸ ਤਰ੍ਹਾਂ ਰੋਈ ਜਾਂਦਾ, ਯਿਸੂ ਮਸੀਹ ਤੂੰ ਤੂੰ ਮੈਨੂੰ ਬੁਲਾ ਰਿਹਾ ਹੈ, ਤੂੰ ਮੈਨੂੰ ਬੁਲਾ ਰਿਹਾ ਆ। ਔਰ ਨਾਲ ਨਾਲ ਉਸਦਾ, ਰੱਬ ਦਾ ਇੰਨਾ ਪਿਆਰ, ਇੰਨਾ ਆਨੰਦ ਮਹਿਸੂਸ ਹੋ ਰਿਹਾ ਸੀਗਾ ਕਿ ਸ਼ਬਦ ਬਿਆਨ ਨਹੀਂ ਕਰ ਸਕਦੇ। ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਮੈਂ ਆਨੰਦ, ਪਿਆਰ ਦੇ ਸਮੁੰਦਰ ਦੇ ਵਿੱਚ ਮੈਂ ਮਤਲਬ ਇਸ ਤਰ੍ਹਾਂ ਪੂਰੀ ਤਰ੍ਹਾਂ ਡੁੱਬਦਾ ਜਾ ਰਿਹਾ, ਡੁੱਬਿਆ ਹੋ ਰਿਹਾ। ਇਸ ਤਰ੍ਹਾਂ ਇੰਨਾ ਮਹਿਸੂਸ ਹੁੰਦਾ, ਸ਼ਬਦ ਬਿਆਨ ਨਹੀਂ ਕਰ ਸਕਦੇ। ਔਰ ਬਹੁਤ ਵਧੀਆ ਲੱਗਾ। ਔਰ ਬੜਾ ਇਸ ਤਰ੍ਹਾਂ ਮਤਲਬ ਸ਼ਾਂਤੀ, ਉਸਦਾ ਪਿਆਰ, ਮੈਂ ਰੋਈ ਜਾਂਦਾ ਨਾਲ ਕਹੀ ਜਾਂਦਾ, ਯਿਸੂ ਮਸੀਹ ਤੂੰ ਮੈਨੂੰ ਬੁਲਾ ਰਿਹਾ। ਔਰ ਬੜੀ ਹੈਰਾਨਗੀ ਵੀ ਲੱਗੀ ਪਈ, ਇਸ ਤਰ੍ਹਾਂ ਬੋਲ ਵੀ ਹੋ ਜਾਂਦਾ, ਆਵਾਜ਼ ਵੀ ਆ ਜਾਂਦੀ ਆ, ਕੋਈ ਆਸੇ ਪਾਸੇ ਕੁਛ ਵੀ ਨਹੀਂ ਦਿਸ ਰਿਹਾ, ਕੁਛ ਵੀ ਨਹੀਂ ਹੈ। ਔਰ ਸੁਣਦੇ ਆ ਕਈਆਂ ਨੂੰ ਯਿਸੂ ਮਸੀਹ ਖੁਦ ਨਜ਼ਰ ਵੀ ਆਇਆ, ਪਰ ਮੇਰੀ ਸਿਚੁਏਸ਼ਨ ਦੇ ਵਿੱਚ ਮੈਨੂੰ ਸਿਰਫ ਉਸਦੀ ਆਵਾਜ਼ ਹੀ ਸੁਣਦੀ ਸੀ ਔਰ ਕੰਨਾਂ ਨਾਲ ਆਵਾਜ਼ ਸੁਣੀ। ਔਰ ਉਸ ਦਿਨ ਬੜਾ ਮੈਂ ਸ਼ੌਕ ਵਿੱਚ ਵੀ ਸੀਗਾ, ਇਹ ਕੀ ਹੋਇਆ ਮੇਰੇ ਨਾਲ ਵੀ ਇਸ ਤਰ੍ਹਾਂ ਆਵਾਜ਼ ਵੀ ਆ ਜਾਂਦੀ ਹੈ। ਮੈਂ ਆਪਣੇ ਇਹ ਐਕਸਪਲੇਨ ਨਹੀਂ ਕਰ ਸਕਿਆ, ਘਰ ਵੀ ਦੱਸ ਨਹੀਂ ਸਕਿਆ, ਦੱਸਿਆ ਨਹੀਂ, ਮੇਰੀ ਹਿੰਮਤ ਨਹੀਂ ਪਈ। ਮੈਂ ਆਪਣੇ ਆਪ ਹੀ ਨਹੀਂ ਸਮਝਿਆ ਮੇਰੇ ਨਾਲ ਹੋਇਆ ਕੀ ਆ। ਮੈਂ ਕਿਹਾ ਘਰਦਿਆਂ ਨੂੰ ਦੱਸਾਂਗੇ, ਸ਼ਾਇਦ ਉਹਨੂੰ ਯਕੀਨ ਵੀ ਨਾ ਹੋਵੇ ਵੀ ਇਹ ਕੀ, ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦੀ ਆ, ਕੋਈ ਹੈ ਵੀ ਨਹੀਂ, ਉੱਦਾਂ ਹੀ ਆਵਾਜ਼ ਆਈ ਸੀਗੀ। ਕਦੀ ਅਕਸਰ ਇਸ ਤਰ੍ਹਾਂ ਹੋਇਆ ਨਹੀਂ, ਕੋਈ ਐਕਸਪੀਰੀਅੰਸ ਨਹੀਂ ਹੋਇਆ। ਜਦੋਂ ਅਸੀਂ ਆਪਣੇ ਜਾਂਦੇ ਗੁਰਦੁਆਰੇ ਜਾਂ ਜਿੱਥੇ ਵੀ ਆਪਣਾ ਪਾਠ ਪੂਜਾ ਕਰਦੇ ਸੀਗੇ, ਕਦੀ ਇਹੋ ਜਿਹਾ ਮਹਿਸੂਸ ਨਹੀਂ ਹੋਇਆ। ਕਦੀ ਇਹ ਮੇਰੇ ਲਈ ਇਹ ਕਾਇੰਡ ਆਫ ਅਨਹੋਣੀ ਜਿਹੀ ਗੱਲ ਸੀਗੀ। ਅਤੇ ਪਰ ਉਸ ਦਿਨ ਬੜਾ ਮੇਰਾ ਮਨ ਸ਼ਾਂਤ, ਬੜਾ ਵਧੀਆ ਇਸ ਤਰ੍ਹਾਂ ਲੱਗੇ। ਜਦੋਂ ਵੀ ਮੈਨੂੰ ਉਹ ਚੇਤਾ ਆਉਣਾ, ਮਨ ਦੇ ਵਿੱਚ ਆਵਾਜ਼ ਸੁਣਨੀ, ਮੈਂ ਫਿਰ ਰੋ ਪਿਆ ਕਰਨਾ, ਯਿਸੂ ਮਸੀਹ ਤੂੰ ਤੂੰ ਮੈਨੂੰ ਬੁਲਾਇਆ, ਮੈਂ ਤਾਂ ਪਾਪੀ ਹਾਂ, ਮੈਂ ਤਾਂ ਇਸ ਤਰ੍ਹਾਂ। ਅਤੇ ਉਸ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਕਿਹਾ, ਜੀਸਸ, ਯਿਸੂ ਮਸੀਹ ਜਿਸ ਤਰ੍ਹਾਂ ਤੂੰ ਮੈਨੂੰ ਅੱਜ ਸਵੇਰੇ ਬੁਲਾਇਆ ਸੀਗਾ, ਮੈਨੂੰ ਉਠਾਲਿਆ ਸੀਗਾ ਆਵਾਜ਼ ਮਾਰ ਕੇ, ਮੈਨੂੰ ਬਹੁਤ ਚੰਗਾ ਲੱਗਾ। ਮੈਨੂੰ ਕੱਲ੍ਹ ਨੂੰ ਫਿਰ ਇਸ ਤਰ੍ਹਾਂ ਹੀ ਉਠਾ ਲਈ। ਅਤੇ ਦੂਸਰੇ ਦਿਨ ਸੇਮ ਟਾਈਮ 6:30 ਵਜੇ ਮੈਂ ਸਾਰੀ ਰਾਤ ਮੇਰੀ ਇਸ ਤਰ੍ਹਾਂ ਲੰਘੀ ਜਿਸ ਤਰ੍ਹਾਂ ਬੱਚਾ ਸਭ ਕੁਝ, ਜਿੱਦਾਂ ਕਹਿੰਦੇ ਹੁੰਦੇ ਘੋੜੇ ਵੇਚ ਕੇ ਸੌਂ ਗਿਆ। ਇੰਨੇ ਆਨੰਦ ਵਿੱਚ ਬੜੀ ਗੂੜ੍ਹੀ ਨੀਂਦੇ ਮੈਂ ਸੁੱਤਾ ਰਿਹਾ, ਪਤਾ ਨਹੀਂ ਰਾਤ ਕਿਸ ਤਰ੍ਹਾਂ ਬੀਤ ਗਈ। ਸਵੇਰੇ ਦੂਸਰੇ ਦਿਨ 6:30 ਵਜੇ ਮੈਨੂੰ ਫਿਰ ਆਵਾਜ਼ ਸੁਣੀ, ਯਿਸੂ ਮਸੀਹ ਬੁਲਾ ਰਿਹਾ ਆ, ਯਿਸੂ ਮਸੀਹ ਬੁਲਾ ਰਿਹਾ ਆ, ਜੀਸਸ ਕਾਲਿੰਗ, ਜੀਸਸ ਕਾਲਿੰਗ, ਜੀਸਸ ਕਾਲਿੰਗ। ਔਰ ਉਸ ਟਾਈਮ ਮੈਨੂੰ ਇਹ ਆਵਾਜ਼ ਜਦੋਂ ਸੁਣੀ, ਮੈਂ ਇਸ ਕਰਕੇ ਮੈਂ ਇੱਦਾਂ ਨਹੀਂ ਉੱਠਿਆ ਵੀ ਇਹ ਮੈਨੂੰ ਕੌਣ ਆਵਾਜ਼ ਮਾਰਿਆ ਜਾਂ ਕੌਣ ਆ ਗਿਆ। ਮੈਨੂੰ ਪਤਾ ਸੀਗਾ ਪਹਿਲੇ ਦਿਨ ਜਦੋਂ ਜਿਸ ਤਰ੍ਹਾਂ ਵੀ ਇਹ ਆਵਾਜ਼ ਸੱਚੀ ਦੀ ਆ, ਪਰ ਮੈਂ ਇੰਨੀ ਗੂੜ੍ਹੀ ਨੀਂਦ ਵਿੱਚ ਸੀਗਾ, ਇੰਨੀ ਡੀਪ ਨੀਂਦ ਮੇਰੇ ਤੋਂ ਉੱਠ ਨਾ ਹੋਵੇ। ਮੈਂ ਪਾਸਾ ਲੈ, ਮਤਲਬ ਮਾੜਾ ਜਿਹਾ ਮੁਸਕਰਾ ਕੇ ਯਿਸੂ ਮਸੀਹ ਫੇਰ ਆ ਗਿਆ। ਮੈਂ ਉਹ ਪਾਸਾ ਲੈ ਕੇ ਦੂਜੇ ਪਾਸੇ ਨੂੰ ਮੈਂ ਹੋਰ ਸੌਣਾ ਚਾਹਿਆ, ਮੇਰੇ ਤੋਂ ਅੱਖਾਂ ਨਾ ਉੱਗਣ, ਇੰਨੀ ਗੂੜ੍ਹੀ ਨੀਂਦ ਸੀਗੀ। ਪਰ ਫਿਰ ਮੈਨੂੰ ਉਹ ਆਵਾਜ਼ ਸੁਣੀ ਦੁਬਾਰਾ। ਇਸ ਟਾਈਮ ਜਿਹੜੀ ਆਵਾਜ਼ ਸੀਗੀ ਮੇਰੇ ਕੰਨ ਵਿੱਚ ਨਹੀਂ ਸੀ ਮੈਨੂੰ ਸੁਣ ਰਹੀ, ਉਹ ਮੇਰੀ ਆਵਾਜ਼ ਮੇਰੀ ਖੋਪਰੀ ਦੇ ਵਿੱਚ ਬੋਲ ਰਹੀ ਸੀਗੀ, ਮੇਰੇ ਸਿਰ ਦੇ ਵਿੱਚ। ਔਰ ਜਿਸ ਤਰ੍ਹਾਂ ਆਪਾਂ ਬਹੁਤ ਵੱਡੇ ਸਪੀਕਰ ਦੇ ਮੂਹਰੇ ਹੱਥ ਰੱਖਦੇ ਹਾਂ, ਉਸਦੀ ਵਾਈਬ੍ਰੇਸ਼ਨ, ਉਸਦੀ ਧਮਕ, ਉਸਦੀ ਗੂੰਜ ਮਹਿਸੂਸ ਹੁੰਦੀ ਆ। ਉਹ ਮੇਰੀ ਖੋਪਰੀ ਦੇ ਵਿੱਚ ਗੂੰਜ ਵੀ ਮੇਰੀ ਉਹ ਮਹਿਸੂਸ ਹੁੰਦੀ ਸੀ। ਮੇਰੀ ਖੋਪਰੀ ਸ਼ੇਕ ਹੋ ਰਹੀ ਸੀਗੀ, ਜਿਸ ਤਰ੍ਹਾਂ ਮੈਨੂੰ
ਮਤਲਬ ਮੈਨੂੰ ਉੱਠਣਾ ਪੈਣਾ ਸੀਗਾ। ਮੈਂ ਰੱਬ ਜਦੋਂ ਮੇਰੀ ਖੋਪਰੀ ਨੂੰ ਹਿਲਾ ਰਿਹਾ ਸੀਗਾ ਵੀ ਤੂੰ ਉੱਠ, ਅਤੇ ਮੈਨੂੰ ਉੱਠਿਆ। ਫਿਰ ਉਹੀ ਗੱਲ, ਯਿਸੂ ਮਸੀਹ ਤੂੰ, ਅਚਾਨਕ ਹੀ ਸਾਰਾ ਕੁਛ ਹੋ ਰਿਹਾ ਆ, ਮੇਰੇ ਤੋਂ ਅੰਦਰੋਂ ਆਪੇ ਹੀ ਹੋ ਰਿਹਾ ਆ। ਮੈਂ ਇਹ ਕਹਿ ਰਿਹਾ, ਯਿਸੂ ਮਸੀਹ ਤੂੰ ਤੂੰ ਮੈਨੂੰ ਬੁਲਾ ਰਿਹਾ ਆ, ਮੈਨੂੰ ਕਾਹਤੇ ਬੁਲਾ ਰਿਹਾ ਆ? ਮੈਂ ਤਾਂ ਪਾਪੀ ਇਨਸਾਨ ਆ, ਮੈਂ ਤਾਂ ਪਾਪੀ ਹਾਂ, ਨਾਲੇ ਰੋਈ ਜਾਂਦਾ। ਔਰ ਰੱਬ ਦਾ ਪਿਆਰ, ਰੱਬ ਦਾ ਆਨੰਦ, ਰੱਬ ਦੀ ਸ਼ਾਂਤੀ ਇੰਨੀ ਮਹਿਸੂਸ ਹੁੰਦੀ ਆ, ਕਦੀ ਨਹੀਂ ਜ਼ਿੰਦਗੀ 'ਚ ਹੋਈ ਸੀ। ਪਹਿਲੇ ਦਿਨ ਵਾਂਗੂ ਹੀ ਜਿੱਦਾਂ ਪਹਿਲਾਂ ਹੋਇਆ ਸੀ ਉਸੇ ਤਰ੍ਹਾਂ ਜ਼ਿੰਦਗੀ 'ਚ ਕਦੀ ਨਹੀਂ ਇਹੋ ਜਿਹਾ ਮਹਿਸੂਸ ਹੋਇਆ, ਕਦੀ ਨਹੀਂ ਇਹੋ ਜਿਹਾ ਪਹਿਲਾਂ ਹੋਇਆ। ਔਰ ਇੰਨਾ ਆਨੰਦ, ਪਿਆਰ ਔਰ ਸ਼ਾਂਤੀ ਰੱਬ ਦੀ। ਔਰ ਮੈਂ ਉਸ ਦਿਨ ਫਿਰ ਬਾਅਦ ਵਿੱਚ ਇਹ ਮੈਂ ਦੇਖਿਆ ਵੀ ਇਹ ਯਿਸੂ ਮਸੀਹ ਕੀ ਗੱਲ ਕੀ ਆ, ਕੀ ਇਹ ਕਿਸ ਤਰ੍ਹਾਂ ਇਹ ਬੋਲਦਾ, ਕੀ ਗੱਲਬਾਤ ਆ ਇਹ। ਫਿਰ ਕਈ ਵਾਰੀ ਟੀ ਵੀ ਦੇ ਵਿੱਚ ਉਹ ਜਦੋਂ ਅਸੀਂ ਟੀ ਵੀ ਦੇਖਦੇ ਹੁੰਦੇ ਹਾਂ, ਵਿੱਚ ਕਈ ਵਾਰੀ ਕ੍ਰਿਸਚੀਅਨ ਪ੍ਰੋਗਰਾਮ ਹੁੰਦੇ ਆ, ਅਸੀਂ ਕਦੀ ਸੁਣਦੇ ਨਹੀਂ ਸੀ, ਇਹ ਤਾਂ ਕ੍ਰਿਸਚਨਾਂ ਦਾ ਪ੍ਰੋਗਰਾਮ ਆ। ਇਹ ਕਿਉਂ ਕ੍ਰਿਸਚਨ ਗੋਰਿਆਂ ਦਾ ਧਰਮ ਕਹਿੰਦੇ ਹੁੰਦੇ ਸੀਗੇ, ਅਤੇ ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ, ਅਸੀਂ ਤਾਂ ਆਪਣੇ ਧਰਮ 'ਤੇ ਫਕਰ ਕਰਦੇ ਹਾਂ ਸਾਰਾ ਕੁਛ, ਔਰ ਉਸ ਤਰ੍ਹਾਂ ਆਪਣਾ ਕਰਦੇ ਸੀਗੇ, ਅਤੇ ਕਦੀ ਉਧਰ ਧਿਆਨ ਨਹੀਂ ਸੀ ਦਿੱਤਾ। ਕੋਈ ਵੀ ਦੱਸਦਾ ਸੀਗਾ, ਅਸੀਂ ਸਮਝਦੇ ਨਹੀਂ ਸੀ ਇਹ ਤਾਂ ਗੋਰਿਆਂ ਦਾ ਧਰਮ ਆ, ਇਹ ਤਾਂ ਵੈਸਟਰਨ, ਇਹ ਤਾਂ ਪੱਛਮੀ ਸੱਭਿਆਚਾਰ ਨਾਲ ਉਹ ਧਰਮ ਆ, ਅਸੀਂ ਆਪਣੇ ਧਰਮ 'ਤੇ ਸੀਗਾ। ਅਤੇ ਮੈਂ ਫਿਰ ਟੀ ਵੀ 'ਤੇ ਦੇਖਦਾ, ਉਹ ਆਉਂਦੇ ਹੁੰਦੇ ਆ ਗੋਰੇ, ਉਹ ਚੈਨਲ ਕ੍ਰਿਸਚਨ, ਜੀਸਸ ਬਾਰੇ ਦੱਸਦੇ ਹੁੰਦੇ ਆ। ਮੈਂ ਦੇਖਦਾ ਉਹ ਅੱਗੇ ਤਾਂ ਜਦੋਂ ਦੇਖਦੇ ਸੀਗਾ, ਅੱਗੇ ਚੱਲਣਾ ਅਸੀਂ ਖਬਰਾਂ ਦੇਖਣਾ ਜਾਂ ਕੁਛ ਹੋਰ ਦੇਖਣਾ, ਉੱਧਰ ਚੱਲ ਜਾਂਦੇ ਸੀ, ਉਹਨਾਂ 'ਤੇ ਕਦੀ ਬਹੁਤਾ ਟਾਈਮ ਨਹੀਂ ਸੀ ਸੁਣਦੇ, ਕਦੀ ਦੇਖਦੇ ਨਹੀਂ ਸੀ ਕੀ ਕਹਿੰਦੇ ਆ। ਫਿਰ ਮੈਂ ਲੱਭਣ ਲੱਗ ਪਿਆ ਚੈਨਲ 'ਤੇ ਵੀ ਉਹ ਪਾਉਂਦੇ ਹੁੰਦੇ ਆ, ਕੀ ਗੱਲ ਕਰਦੇ, ਕੀ ਕਹਿੰਦੇ ਆ ਉਹ ਕ੍ਰਿਸਚਨ ਦੇ ਜੀਸਸ ਦਾ ਕੀ ਚੱਕਰ ਆ। ਮੈਂ ਉਹ ਚੈਨਲ ਲੱਭਿਆ, ਉਹ ਜਦੋਂ ਉਹ ਪ੍ਰੋਗਰਾਮ ਇੰਗਲਿਸ਼ ਸੀਗਾ, ਅਤੇ ਉਹ ਮੈਂ ਜਦੋਂ ਸੁਣਿਆ ਮੈਨੂੰ ਬਹੁਤ ਵਧੀਆ ਲੱਗਿਆ। ਮੈਨੂੰ ਲੱਗਿਆ ਇਹ ਤਾਂ ਮੇਰੀ ਹੀ ਗੱਲਾਂ ਕਰਦਾ ਆ, ਇਹ ਤਾਂ ਮੇਰੇ ਨਾਲ ਹੀ ਗੱਲਾਂ ਕਰ ਰਿਹਾ ਆ। ਔਰ ਉਹ ਬੜਾ ਆਨੰਦ ਗੱਲਾਂ ਦੇ ਵਿੱਚ ਬੜਾ ਆਵੇ। ਫਿਰ ਉਹਨਾਂ ਨੇ ਕਿਹਾ, ਅਗਰ ਤੁਸੀਂ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ ਹਾਂ, ਤੁਸੀਂ ਕਹੋ, ਜੀਸਸ, ਯਿਸੂ ਮਸੀਹ ਮੈਂ ਪਾਪੀ ਹਾਂ, ਮੇਰੇ ਦਿਲ ਵਿੱਚ ਆ ਜਾ। ਮੈਂ ਤਾਂ ਪਹਿਲੇ ਹਾਂ ਯਿਸੂ ਮਸੀਹ ਮੈਂ ਪਾਪੀ ਹਾਂ, ਮੇਰੇ ਦਿਲ ਵਿੱਚ ਆ ਜਾ, ਹਾਂ ਯਿਸੂ ਮੇਰੇ ਦਿਲ ਵਿੱਚ ਆ ਜਾ, ਮੇਰੇ ਮੈਂ ਆਓ। ਜਿਸ ਤਰ੍ਹਾਂ ਉਹਨਾਂ ਨੇ ਰਿਪੈਂਟੈਂਸ, ਆਪਣੇ ਸਿਨਰਸ ਪ੍ਰੇਅਰ ਕੀਤੀ ਯਿਸੂ ਮਸੀਹ ਨੂੰ ਕਬੂਲ ਕਰਨ ਦੀ, ਮੈਂ ਆਪੇ ਹੀ ਉੱਥੇ ਕਰ ਲਈ ਟੀ ਵੀ 'ਤੇ। ਬਾਅਦ ਵਿੱਚ ਉਹ ਪ੍ਰੋਗਰਾਮ ਜ਼ਿਆਦਾ ਸੁਣਨ ਤੋਂ ਬਾਅਦ ਐਂਡ 'ਤੇ ਕਹਿੰਦੇ ਸੀ, ਅਤੇ ਮੈਂ ਯਿਸੂ ਮਸੀਹ ਨੂੰ ਉੱਥੇ ਕਬੂਲ ਕਰ ਲਿਆ। ਉਹ ਪਰ ਮੈਨੂੰ ਪ੍ਰੋਗਰਾਮ ਇੰਨਾ ਵਧੀਆ ਲੱਗਦੇ ਸੀਗੇ, ਮੈਂ ਵੀ ਅਗਲਾ ਪ੍ਰੋਗਰਾਮ ਸੁਣਨ ਲੱਗ ਪਿਆ, ਹੋਰ ਪ੍ਰੋਗਰਾਮ। ਉੱਥੇ ਵੀ ਉਹ ਬਹੁਤ ਵਧੀਆ ਪ੍ਰੋਗਰਾਮ ਲੱਗੇ, ਉਹ ਬੜੀਆਂ ਵਧੀਆ ਗੱਲਾਂ ਕਰਨ, ਮੇਰੀ ਰੂਹ ਨੂੰ ਇੱਦਾਂ ਖੁਰਾਕ ਮਿਲੇ, ਇੰਨਾ ਆਨੰਦ ਆਵੇ ਜਿਸ ਤਰ੍ਹਾਂ ਕਦੀ ਨਹੀਂ ਸੀ ਪਹਿਲਾਂ ਕਦੀ ਹੋਇਆ ਮੈਨੂੰ। ਉਹ ਮੈਂ ਸੁਣੀ ਜਾਵਾਂ, ਦਿਲ ਕਰਦਾ ਸੀ ਸੁਣੀ ਜਾਵਾਂ ਉਹਨਾਂ ਨੂੰ। ਔਰ ਫਿਰ ਮੈਂ ਉਹ ਐਂਡ 'ਤੇ ਫਿਰ ਕਹਿਣ, ਯਿਸੂ ਮਸੀਹ ਮੇਰੇ ਦਿਲ ਵਿੱਚ ਆ ਜਾ, ਮੈਨੂੰ ਬੁਲਾ ਲਾ। ਮੈਂ ਫਿਰ ਹਾਂ ਯਿਸੂ ਆ ਜਾ ਮੇਰੇ ਦਿਲ ਵਿੱਚ ਆ ਜਾ, ਮੈਂ ਪਾਪੀ ਹਾਂ ਪਾਪੀ। ਮੈਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ, ਕਿਸੇ ਨੇ ਨਹੀਂ ਦੱਸਿਆ, ਕਿਸੇ ਚਰਚ 'ਚ ਨਹੀਂ ਗਿਆ, ਕਿਸੇ ਨੇ ਕੁਛ ਨਹੀਂ, ਵੀ ਇੱਕ ਵਾਰੀ ਪਰੇ ਕਰ ਲਿਆ ਯਿਸੂ ਮਸੀਹ ਦਿਲ ਵਿੱਚ ਆ ਗਿਆ, ਕੁਛ ਨਹੀਂ, ਬਸ ਮੈਂ ਕਰੀ ਜਾਂਦਾ ਸੀ। ਫਿਰ ਮੈਂ ਉਹ ਭੈਣ ਜਿਹੜੀ ਮੈਨੂੰ ਥੱਲੇ ਰਹਿੰਦੀ ਸੀ, ਉਹ ਸਾਡੇ ਲਈ ਉਹ 10 ਸਾਲ ਪ੍ਰੇਅਰ ਕਰਦੀ ਰਹੀ ਸਾਡੇ ਲਈ, ਥੱਲੇ ਉਹ ਰੈਂਟ 'ਤੇ ਰਹਿੰਦੀ ਸੀ, ਬੜੀ ਭਲੀ ਚੰਗੀ ਭੈਣ ਨੀਤਾ। ਔਰ ਉਹ ਸਾਡੇ ਲਈ 10 ਸਾਲ ਦੀਆਂ ਪ੍ਰੇਅਰਾਂ ਕਰਦੀ ਸੀ, ਅਰਦਾਸਾਂ ਕਰਦੀ ਸੀਗੀ, ਵੀ ਅਸੀਂ ਬਚ ਜਾਈਏ, ਅਸੀਂ ਯਿਸੂ ਮਸੀਹ ਵਿੱਚ ਆ ਜਾਈਏ। ਔਰ ਮੈਂ ਉਹਨੂੰ ਕਿਹਾ ਵੀ ਘਰ ਵਿੱਚ ਵੀ ਦੱਸਿਆ ਹਿੰਮਤ ਕਰਕੇ ਵੀ ਮੇਰੇ ਨਾਲ ਇੱਦਾਂ ਹੋਇਆ, ਉਸਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਮੇਰੇ ਨਾਲ ਗੱਲ ਹੋਈ ਆ। ਔਰ ਮੈਂ ਉਹਨੂੰ ਕਿਹਾ, ਉਹ ਟੀ ਵੀ 'ਤੇ ਗੱਲਾਂ ਕਰਦੇ ਹੁੰਦੇ, ਬਾਈਬਲ 'ਚ ਆਹ ਲਿਖਿਆ। ਮੈਨੂੰ ਬੜਾ ਚੰਗਾ ਲੱਗਦਾ, ਮੈਨੂੰ ਬਾਈਬਲ ਦੇ, ਮੈਂ ਬਾਈਬਲ ਹੋਰ ਪੜ੍ਹਨਾ ਚਾਹੁੰਦਾ ਆ ਉਹ। ਅਤੇ ਉਹਨੂੰ ਦੱਸਿਆ, ਉਹਨੇ ਬਾਈਬਲ ਲਿਆ ਕੇ ਦਿੱਤੀ। ਉਹਨੇ ਕਹਿੰਦੀ ਤੂੰ ਯਹੋਨਾ ਦੀ ਇੰਜੀਲ ਉਹ ਪਹਿਲਾਂ ਤੂੰ ਉਹ ਪੜ੍ਹੀ, ਉੱਥੋਂ ਸ਼ੁਰੂ ਕਰੀ। ਅਤੇ ਉਹ ਮੈਂ ਉੱਥੋਂ ਪੜ੍ਹਿਆ ਔਰ ਉਹਨੂੰ ਦੱਸਿਆ। ਉਹ ਕਹਿੰਦੀ ਮੈਨੂੰ ਇੰਨੇ ਸਾਲ ਹੋ ਗਏ ਇੱਥੇ ਘਰ ਦੇ ਵਿੱਚ ਆਇਆ ਨੂੰ, ਮੈਂ ਤੁਹਾਡੇ ਲਈ ਅਰਦਾਸਾਂ ਕਰਦੀ ਹਾਂ, ਮੈਂ ਰੱਬ ਅੱਗੇ ਪ੍ਰੇਅਰ ਕਰਦੀ ਸੀ, ਰੱਬਾ ਇੰਨੇ ਸਾਲ ਹੋ ਗਿਆ ਮੈਂ ਇੱਥੇ ਪ੍ਰੇਅਰ ਕਰਦੀ, ਮੈਨੂੰ ਇੱਥੇ ਕਾਹਤੇ ਰੱਖਿਆ ਆ, ਕੀ ਹੋ ਰਿਹਾ, ਕੋਈ ਨਹੀਂ ਹੋ ਰਿਹਾ, ਤਬਦੀਲ ਨਹੀਂ ਹੋ ਰਿਹਾ। ਔਰ ਕਹਿੰਦੇ ਰੱਬ ਮੈਨੂੰ ਕਹਿੰਦਾ ਹੁੰਦਾ ਸੀ, ਤੂੰ ਵੇਟ ਕਰ। ਔਰ ਅੱਜ ਮੈਨੂੰ ਉਸਦਾ ਨਤੀਜਾ ਪਤਾ ਲੱਗ ਗਿਆ। ਇੱਕ ਵਾਰੀ ਉਹ ਆਪਣੇ ਫਿਜੀ ਤੋਂ ਸੀ, ਉਹ ਬਾਪ ਇੱਥੇ ਇਕੱਲੇ ਰਹਿੰਦੇ ਆ। ਫਿਰ ਉਹ ਚਲੀ ਗਈ ਆਸਟ੍ਰੇਲੀਆ, ਚਲੇ ਗਏ, ਉੱਥੇ ਉਹਦਾ ਪਰਿਵਾਰ ਜ਼ਿਆਦਾ ਆ, ਔਰ ਉੱਥੇ ਉਹਦਾ ਦਿਲ ਨਾ ਲੱਗੇ, ਔਰ ਉਹਨੂੰ ਸ਼ਾਂਤੀ ਨਾ ਮਿਲੇ। ਅਤੇ ਕਿਉਂਕਿ ਉਹ ਰੱਬ ਵੱਲੋਂ ਨਹੀਂ ਸੀਗਾ ਉੱਥੇ ਜਾਣਾ। ਉੱਥੇ ਚਰਚ ਵਿੱਚ ਗਈ, ਉਹ ਕਹਿੰਦੀ ਰੱਬ ਨੇ ਉੱਥੇ ਪ੍ਰੇ ਕੀਤੀ ਪਾਸਟਰ ਨੇ, ਔਰ ਪਾਸਟਰ ਕਹਿੰਦਾ ਉਹਨੂੰ, ਮੈਨੂੰ ਪਰਮੇਸ਼ਰ ਦੱਸ ਰਿਹਾ ਆ, ਰੱਬ ਦੱਸ ਰਿਹਾ ਆ, ਤੂੰ ਇੱਥੇ ਕੀ ਕਰ ਰਹੀ ਆ, ਤੈਨੂੰ ਮੇਰੀ ਉੱਥੇ ਜਿੱਥੋਂ ਆਈ ਹਾਂ ਵਾਪਸ ਉੱਥੇ ਜਾ, ਮੈਨੂੰ ਤੇਰੀ ਉੱਥੇ ਲੋੜ ਆ, ਵਾਪਸ ਕੈਨੇਡਾ ਜਾ। ਔਰ ਉਹਨੇ ਉੱਥੋਂ ਉਹਨੂੰ ਸਾਨੂੰ ਫੋਨ ਕੀਤਾ ਵੀ ਮੈਂ ਵਾਪਸ ਆਉਣਾ ਆ,
ਤੇ ਮੈਂ ਤੁਹਾਡੇ ਕੋਲ ਹੀ ਰਹਿਣਾ ਆ, ਮੈਂ ਤੁਹਾਡੇ ਵਿੱਚ ਉੱਥੇ ਹੀ ਰਹਿਣਾ ਜਿੱਥੇ ਪਹਿਲਾਂ ਸੀ, ਮੈਨੂੰ ਉਹ ਜਗ੍ਹਾ ਵਾਪਸ ਦਿਓ। ਫਿਰ ਉਹਨੂੰ ਉੱਥੇ ਰੱਖਿਆ ਵਾਪਸ। ਤੇ ਉਹ ਸਾਡੇ ਨਾਲ 10 ਸਾਲ ਪ੍ਰੇਅਰ ਕਰਦੀ ਰਹੀ। ਕਹਿੰਦੀ ਅੱਜ ਮੈਨੂੰ ਉਸ ਪ੍ਰੇਅਰਾਂ ਦਾ ਜਵਾਬ ਪਤਾ ਲੱਗਿਆ ਤੇ ਕਿਉਂ ਰੱਬ ਕਹਿੰਦਾ ਸੀਗਾ। ਤੇ ਫਿਰ ਮੈਂ ਚਰਚ ਜਾਣਾ ਸ਼ੁਰੂ ਕੀਤਾ, ਚਰਚ ਜਾਂਦਾ ਰਿਹਾ, ਬਹੁਤ ਵਧੀਆ ਲੱਗਾ। ਤੇ ਫਿਰ ਮੈਂ ਕਿਹਾ ਮੈਨੂੰ ਹੁਣ ਬਪਤਿਸਮਾ ਦਿਓ, ਸਾਰਾ ਕੁਝ ਜਿਸ ਤਰ੍ਹਾਂ ਵੀ ਹੋਣਾ ਮੈਂ ਪੂਰੀ ਤਰ੍ਹਾਂ ਮੇਕ ਸ਼ੋਰ ਕਰਨਾ ਮੈਂ ਇੱਕ ਪੱਕਾ ਕ੍ਰਿਸਚਨ ਹਾਂ, ਸਾਰਾ ਕੁਝ ਉਹ ਮੰਨਣਾ ਜੋ ਵੀ ਕਹਿੰਦੇ ਆ। ਕਹਿੰਦੇ ਤੈਨੂੰ ਪਾਣੀ ਦਾ ਬਪਤਿਸਮਾ ਲੈਣਾ ਚਾਹੀਦਾ, ਕਿ ਠੀਕ ਹੈ ਦਿਓ, ਛੇਤੀ ਦਿਓ। ਉਹਨੇ ਆਪਣੀ ਟੀਚਿੰਗ ਸਾਰਾ ਦੱਸਿਆ ਮੈਨੂੰ। ਤੇ ਫਿਰ ਮੈਨੂੰ ਉਹਨਾਂ ਦੇ ਪਾਸਟਰ ਨੇ ਕਿਹਾ, ਉਹ ਆਪਣੇ ਚਰਚ ਸੀਗਾ, ਆਪਣੇ ਉਹ ਪੰਜਾਬੀ ਚਰਚ ਨਹੀਂ ਸੀਗਾ। ਤੇ ਫਿਰ ਮੈਨੂੰ ਔਰ ਪੈਂਟੀਕੋਸਟਲ ਚਰਚ ਨਹੀਂ ਸੀਗਾ। ਤੇ ਫਿਰ ਪਾਸਟਰ ਨੇ ਕਿਹਾ, ਬੜੇ ਨਾਈਸ ਪਾਸਟਰ ਸੀ, ਉਹਨੇ ਕਾਫੀ ਮਿਹਨਤ ਕੀਤੀ, ਮੈਨੂੰ ਸਮਝਾਇਆ ਸਾਰਾ ਕੁਛ। ਤੇ ਫਿਰ ਮੈਨੂੰ ਕਿਹਾ ਹੁਣ ਤੁਸੀਂ ਬਪਤਿਸਮੇ ਲਈ ਰੈਡੀ ਆ, ਹੁਣ ਤੁਸੀਂ ਰੱਬ ਤੋਂ ਪੁੱਛੋ ਕਿਸ ਤਰ੍ਹਾਂ ਬਪਤਿਸਮਾ ਲੈਣਾ ਆ। ਕਈ ਲੋਕ ਪਾਣੀ ਦਾ ਛਿੱਟਾ ਵੀ ਦੇ ਦਿੰਦੇ ਆ ਉਹਨਾਂ ਚਰਚ ਵਿੱਚ, ਕਈ ਡੁਬਕੀ ਲੈ ਕੇ ਵੀ ਪਾਣੀ ਵੀ ਦਿੰਦੇ ਆ। ਮੈਂ ਰੱਬ ਨੂੰ ਪੁੱਛਿਆ ਠੀਕ ਆ, ਰੱਬ ਨੇ ਕਿਹਾ ਪੈਂਟੀਕੋਸਟਲ ਚਰਚ, ਪੈਂਟੀਕੋਸਟਲ ਜਾਓ। ਮੇਰਾ ਉਹਨੂੰ ਝਿਜਕ ਕੇ ਦੱਸਣ ਨੂੰ ਜੀ ਨਾ ਕਰਿਆ, ਇਹਨੇ ਇੰਨੀ ਮਿਹਨਤ ਕੀਤੀ ਆ, ਮੈਨੂੰ ਲੱਗਾ ਰਿਹਾ ਹੁਣ ਮੈਂ ਕਹਿ ਦੇਵਾਂ ਵੀ ਮੈਂ ਹੁਣ ਇਸ ਚਰਚ ਨਹੀਂ ਦੂਸਰੇ ਚਰਚ, ਮੈਨੂੰ ਰੱਬ ਕਹਿ ਰਿਹਾ ਵੀ ਉਹ ਮਾਈਂਡ ਨਾ ਕਰੇ। ਮੈਂ ਉਹਨੂੰ ਪਰ ਭੈਣ ਨੂੰ ਦੱਸਿਆ, ਉਹ ਨੀਤਾ ਨੂੰ, ਕਹਿੰਦੀ ਨਹੀਂ ਕੋਈ ਗੱਲ ਨਹੀਂ, ਦੱਸ ਓਕੇ। ਮੈਂ ਫਿਰ ਉਹਨੇ ਵੀ ਮਾਈਂਡ ਨਹੀਂ ਕੀਤਾ, ਕਹਿੰਦੇ ਠੀਕ ਹੈ ਜਿੱਥੇ ਤੈਨੂੰ ਪਰਮੇਸ਼ਵਰ ਗਾਈਡ ਕਰਦਾ ਉੱਥੇ ਜਾਓ। ਫਿਰ ਮੈਂ ਪੰਜਾਬੀ ਚਰਚ ਪੈਂਟੀਕੋਸਟਲ ਚਰਚ ਗਿਆ, ਉੱਥੇ ਪਾਣੀ ਦਾ ਬਪਤਿਸਮਾ ਲਿਆ। ਉੱਥੇ ਦੇਖਿਆ ਸਾਰੇ ਆਪਣੇ ਪੰਜਾਬੀ ਬੋਲਣ ਵਾਲੇ ਆ, ਪਾਕਿਸਤਾਨ ਤੋਂ, ਇੰਡੀਆ ਤੋਂ, ਫੀਜੀ ਤੋਂ, ਹਿੰਦੀ, ਬਰਾਊਨ ਸਕਿਨ ਵਾਲੇ ਸਾਡੇ ਵਰਗੇ ਸਾਊਥ ਏਸ਼ੀਅਨ। ਤੇ ਉੱਥੇ ਗਏ, ਕਿਸੇ ਦੇ ਕੁਛ ਪ੍ਰੋਬਲਮ ਸੀ, ਰੱਬ ਇਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਹੋਇਆ। ਕੋਈ ਬਹੁਤ ਥੋੜ੍ਹੇ ਸੀਗੇ ਪਰਿਵਾਰ ਜਿਹੜੇ ਜਮਾਤ ਥਰੂ ਜਿਹੜੇ ਕ੍ਰਿਸਚੀਅਨ ਸੀਗੇ। ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ, ਬਹੁਤ ਵੱਡੀਆਂ ਵੱਡੀਆਂ ਗਵਾਹੀਆਂ, ਰੱਬ ਨੇ ਕਿਸ ਤਰ੍ਹਾਂ ਮਿਰੇਕਲਸ ਕਰਾਮਾਤ ਕੀਤੇ, ਹੀਲਿੰਗ ਦਿੱਤੀ। ਔਰ ਜਾਦੂ ਟੋਣੇ ਕਿਸੇ ਦਾ ਕੁਛ, ਬਦਰੂਹਾਂ ਦੇ ਕੰਮ ਸਾਰੇ ਉਹ ਉੱਥੇ ਉਹਨਾਂ ਨੂੰ ਕਿਸ ਤਰ੍ਹਾਂ ਰੱਬ ਨੇ ਕੰਮ ਕੀਤਾ। ਬੜਿਆ ਮੈਨੂੰ ਲੱਗਿਆ ਬਹੁਤ ਰੱਬ ਬਲਵਾਨ ਆ, ਸਭ ਕੁਝ ਕਰ ਸਕਦਾ, ਕਰਦਾ। ਮੈਂ ਘਰ ਆ ਕੇ ਮਦਰ ਨੂੰ ਦੱਸਿਆ, ਮੰਮੀ ਨੂੰ, ਮੰਮੀ ਉੱਥੇ ਤਾਂ ਤੁਸੀਂ ਵੀ ਆਓ ਚਰਚ, ਤੁਸੀਂ ਵੀ ਇਸ ਤਰ੍ਹਾਂ ਹੋ ਸਕਦਾ ਆ, ਤੁਸੀਂ ਠੀਕ ਹੋ ਜਾਣਾ ਆ, ਉੱਥੇ ਆਪਾਂ ਸਹੀ ਜਗ੍ਹਾ ਪਹੁੰਚ ਗਏ ਆ। ਤੇ ਉਹ ਮਦਰ ਕਹਿੰਦੇ ਨਹੀਂ ਨਹੀਂ, ਮੈਂ ਤੂੰ ਜਾਣਾ ਤਾਂ ਜਾ, ਮੈਂ ਨਹੀਂ ਆਪਣਾ ਮਤਲਬ ਕਰਨਾ ਇਸ ਤਰ੍ਹਾਂ, ਮੈਂ ਕ੍ਰਿਸਚਨ ਨਹੀਂ ਬਣਨਾ ਹੈਗਾ। ਤੇ ਪਰ ਮੈਨੂੰ ਰੱਬ ਕਹੀ ਜਾਵੇ ਤੂੰ ਮਦਰ ਲਈ ਪ੍ਰੇ ਕਰੀ ਚੱਲ, ਇਹ ਬਚ ਜਾਓਗੇ। ਤੇ ਮੈਨੂੰ ਉਹਦਾ ਮਤਲਬ ਵੀ ਉਦੋਂ ਮੈਂ ਇਹ ਸਮਝਦਾ ਸੀਗਾ ਭਈ ਇਹਦਾ ਮਤਲਬ ਇਹ ਆ ਭਈ ਮੰਮੀ ਕੈਂਸਰ ਠੀਕ ਹੋ ਜਾਏਗਾ, ਕਿਉਂਕਿ ਡਾਕਟਰ ਨੇ ਜਵਾਬ ਦਿੱਤਾ ਉਹ ਬਚ ਜਾਓਗੇ। ਔਰ ਤੇ ਇਸ ਮੈਂ ਪ੍ਰੇ ਕਰੀ ਜਾਂਦੇ, ਪਾਸਟਰ ਨੂੰ ਕਿਹਾ, ਸਾਰਾ ਕੁਝ ਪ੍ਰੇ ਕੀਤਾ, ਕਰੀ ਜਾਂਦੇ ਸੀਗੇ, ਪਹਿਲਾਂ ਵੀ ਕਰ ਰਹੇ ਸੀਗੇ। ਔਰ ਸਾਰਿਆਂ ਨੇ ਬੜਾ ਮਦਦ ਕੀਤੀ, ਟੀਚਿੰਗ ਸਟੱਡੀਜ਼ ਸਾਰਾ ਕੁਛ ਕਰਦੇ ਸੀਗੇ। ਤੇ ਫਿਰ ਉਹਨਾਂ ਨੂੰ ਮਦਰ ਦਾ ਕੈਂਸਰ ਵੱਧਦਾ ਜਾਂਦਾ ਸੀਗਾ। ਔਰ ਮਦਰ ਨੂੰ ਉਹ ਯਿਸੂ ਮਸੀਹ ਨੂੰ ਵੀ ਕਬੂਲ ਨਹੀਂ ਸੀ ਕਰ ਰਹੇ। ਪਰ ਫਿਰ ਜਦੋਂ 2 ਕੁ ਹਫ਼ਤੇ ਰਹਿ ਗਏ, ਮਤਲਬ ਅਗਸਤ ਦੀ ਗੱਲ ਆ, ਉਹਨਾਂ ਦੇ ਪੂਰੇ ਹੋਣ ਦੇ ਵਿੱਚ, ਉਹਨਾਂ ਨੇ ਯਿਸੂ ਮਸੀਹ ਨੂੰ ਕਬੂਲ ਕਰ ਲਿਆ। ਪਹਿਲਾਂ ਉਹਨਾਂ ਦੀ ਬਹੁਤ ਦਰਦ ਹੁੰਦਾ ਸੀਗਾ, ਕੈਂਸਰ ਕਰਕੇ, ਕੈਂਸਰ ਬਹੁਤ ਵੱਧ ਚੁੱਕਿਆ ਸੀਗਾ। ਔਰ ਉਹਨਾਂ ਦਾ ਖਾਣਾ ਪੀਣਾ ਵੀ ਛੁੱਟ ਗਿਆ ਸੀਗਾ, ਨਹੀਂ ਸੀ ਕੁਛ ਹੋ ਰਿਹਾ। ਤੇ ਉਹਨਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ, ਉਹਨਾਂ ਨੂੰ ਬਹੁਤ ਰੱਬ ਨੇ ਸ਼ਾਂਤੀ ਦਿੱਤੀ ਔਰ ਸਾਰਾ ਦਰਦ ਹਟ ਗਿਆ। ਉਹਨਾਂ ਦੇ ਇੱਥੇ ਮੋਰਫੀਨ ਦੇ ਇੰਜੈਕਸ਼ਨ ਲਾਉਣ ਦੇ ਵਾਸਤੇ ਬਣਾਇਆ ਸੀ ਪਰਮਾਨੈਂਟ, ਵੀ ਅਸੀਂ ਘਰੇ ਆਪੇ ਮੋਰਫਿਨ ਦੇ ਇੰਜੈਕਸ਼ਨ ਲਾ ਦੇ। ਉਹ ਕਹਿੰਦੇ ਸੀ ਮੈਂ ਘਰ ਹੀ ਰਹਿਣਾ, ਮੈਨੂੰ ਉੱਥੇ ਹਸਪੀਟਲ ਨਹੀਂ ਜਾਣਾ। ਹੁਣ ਡਾਕਟਰ ਕਹਿੰਦੇ ਸੀ ਹੁਣ ਆਪਣੀ ਸੇਵਾ ਕਰ ਲਓ, ਹੁਣ ਉਹਨਾਂ ਦਾ ਹੁਣ ਇਲਾਜ ਨਹੀਂ, ਇਲਾਜ ਦਾ ਕੋਈ ਫਾਇਦਾ ਨਹੀਂ ਹੈਗਾ। ਤੇ ਉਸ ਤੋਂ ਬਾਅਦ ਬੜੀ ਸ਼ਾਂਤੀ, ਬੜਾ ਉਹ ਉਹਨਾਂ ਨੂੰ ਮਿਲੀ। ਔਰ ਜਿਹੜੇ ਘਰ ਆਉਂਦੇ ਸੀਗੇ ਨਰਸਿਸ ਉਹਨਾਂ ਦੀ ਦੇਖਭਾਲ ਕਰਨ ਦੇ ਵਾਸਤੇ, ਉਹ ਵੀ ਹੈਰਾਨ ਹੋ ਗਏ ਵੀ ਇਸ ਸਟੇਜ 'ਤੇ ਕੈਂਸਰ ਦੀ ਇਹਨਾਂ ਦੇ ਕੋਈ ਦਰਦ ਨਹੀਂ ਹੋ ਰਿਹਾ। ਉਹ ਰੱਬ ਦੀ ਕਿਰਪਾ ਸੀ। ਫਿਰ ਮੈਂ ਆਪਣੇ ਕੰਮ 'ਤੇ ਜਦੋਂ ਉਹਨਾਂ ਦੇ ਪੂਰੇ ਹੋਣ ਦਾ ਤੁਹਾਨੂੰ ਮੈਂ ਦੱਸਦਾ। ਔਰ ਮੈਂ ਕੰਮ ਸ਼ਾਮ ਨੂੰ ਕੰਮ ਕਰ ਰਿਹਾ, ਮੇਰੀ ਸ਼ਾਮ ਦੀ ਸ਼ਿਫਟ ਆ, ਜਿਸ ਦਿਨ ਉਹਨਾਂ ਨੇ ਪੂਰੇ ਹੋਣਾ ਸੀਗਾ। ਕੋਈ 5:30 1 ਵਜੇ ਦੀ ਗੱਲ ਹੈ ਸ਼ਾਮ ਦੇ। ਮੈਨੂੰ ਇੱਕਦਮ ਅਚਾਨਕ ਬੜੀ ਥਕਾਵਟ ਹੋ ਗਈ। ਮੈਂ ਕੋਈ ਸਿੱਕ ਨਹੀਂ, ਕਿ ਕੁਛ ਨਹੀਂ, ਕੋਈ ਕਮਜ਼ੋਰੀ ਨਹੀਂ, ਕੋਈ ਬੁਖਾਰ ਨਹੀਂ, ਕੋਈ ਫਲੂ ਨਹੀਂ, ਕੁਛ ਨਹੀਂ। ਇੱਕਦਮ ਅਚਾਨਕ ਇਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਮੇਰੇ 'ਚ ਕੋਈ ਐਨਰਜੀ ਨਹੀਂ ਹੈਗੀ, ਮੈਂ ਕੁਛ ਕੰਮ ਹੀ ਨਹੀਂ, ਕੁਛ ਨਹੀਂ ਕਰ ਸਕਦਾ। ਤੇ ਮੇਰਾ ਕੰਮ ਹਾਲੇ ਰਹਿੰਦਾ ਸੀ ਬਾਕੀ ਦਾ। ਤੇ
ਮੈਂ ਨਹੀਂ ਸੀ ਕੁਝ ਕਰ ਸਕਦਾ ਇਸ ਤਰ੍ਹਾਂ। ਮੈਂ ਕਿਹਾ ਵੀ ਚਲੋ ਮੈਂ ਥੋੜ੍ਹਾ ਜਿਹਾ ਸੌਂ ਲਵਾਂ, ਅੱਧਾ ਕੁ ਘੰਟਾ, ਮੈਂ ਤਾਂ ਕਿ ਮੈਂ ਕੁਛ ਕੰਮ ਤਾਂ ਕਰ ਸਕਾਂ। ਮੇਰੇ 'ਚ ਕੁਛ ਵੀ ਜਿੱਦਾਂ ਕੁਛ ਨਹੀਂ ਸੀ ਕਰ ਸਕਦਾ, ਇੰਨੀ ਥਕਾਵਟ ਇੱਕਦਮ ਹੋ ਗਈ, ਖੜ੍ਹਾ ਹੀ ਨਾ ਹੋਵੇ, ਕੰਮ ਹੀ ਨਾ ਹੋਵੇ। ਅਤੇ ਮੈਂ ਕਿਹਾ ਚਲੋ ਅੱਧਾ ਘੰਟਾ ਸੌਂ ਕੇ ਥੋੜ੍ਹਾ ਜਿਹਾ ਮੈਂ ਥੋੜ੍ਹੀ ਤਾਕਤ ਜਿਹੀ ਤਾਂ ਆਵੇ। ਇਹੋ ਜਿਹਾ ਕਦੀ ਹੋਇਆ ਨਹੀਂ ਇਸ ਤਰ੍ਹਾਂ ਵੀ ਉੱਥੇ ਕੰਮ 'ਤੇ ਜਾ ਕੇ ਮੇਰੇ ਤੋਂ ਇੰਨੀ ਥਕਾਵਟ ਇੱਕਦਮ ਹੋ ਜਾਵੇ, ਕੰਮ ਹੀ ਨਾ ਹੋਵੇ। ਅਤੇ ਤਾਂ ਕਿ ਕੁਛ ਕਰਨਾ, ਅਤੇ ਮੈਂ ਆਪਣਾ ਅਲਾਰਮ ਲਾ ਲਿਆ ਅੱਧਾ ਘੰਟੇ ਦਾ, ਤਾਂ ਕਿ ਫ਼ੋਨ 'ਤੇ ਅੱਧਾ ਘੰਟੇ ਬਾਅਦ ਮੈਨੂੰ ਆਪੇ ਜਾਗ ਆ ਜਾਏਗੀ, ਤਾਂ ਕਿ ਇਸ ਤਰ੍ਹਾਂ ਹੋਵੇ ਮੈਂ ਸੁੱਤਾ ਹੀ ਰਹਾਂ, ਕਿੰਨੇ ਘੰਟੇ ਮੈਨੂੰ ਉਠਾਲਣਾ ਕਿਹਨੇ ਆ। ਅਤੇ ਇੱਥੇ ਅਤੇ ਇਕੱਲਾ ਹੀ ਮੈਂ ਕੰਮ ਕਰਦਾ ਸੀਗਾ। ਅਤੇ ਉਦੋਂ ਮੈਂ ਅੱਧਾ ਘੰਟੇ ਦਾ ਅਲਾਰਮ ਲਾ ਕੇ ਮੈਂ ਸੌਂ ਗਿਆ। ਇੱਕਦਮ ਨੀਂਦ ਆ ਗਈ, ਇਸ ਤਰ੍ਹਾਂ ਥਕਾਵਟ ਹੀ ਸੀਗੀ ਜਿੱਦਾਂ ਬਹੁਤ। ਅੱਧਾ ਘੰਟੇ ਦਾ ਅਲਾਰਮ ਨਹੀਂ ਵੱਜਿਆ, ਅਲਾਰਮ ਵੱਜਣ ਤੋਂ ਪਹਿਲਾਂ ਹੀ ਘਰੋਂ ਫ਼ੋਨ ਆ ਗਿਆ ਵੀ ਮੰਮੀ ਹੁਣੇ ਹੁਣੇ ਪੂਰੇ ਹੋਏ ਆ, ਵੀ ਤੁਸੀਂ ਆ ਜਾਓ ਹੁਣ। ਅਤੇ ਮੈਨੂੰ ਫ਼ੋਨ ਨੇ ਜਗਾਇਆ। ਉਹ ਮੈਂ ਕੋਈ 20 ਕੁ ਮਿੰਟ ਹੀ ਮਸੀਂ ਸੁੱਤਾ ਹੋਵਾਂਗਾ, 20 ਕੁ ਮਿੰਟ ਹੀ ਅਲਾਰਮ ਨਹੀਂ ਸੀ ਵੱਜਿਆ। ਉਹ ਜਦੋਂ ਮੈਂ ਸੁੱਤਾ, ਉਹ ਰੱਬ ਨੇ ਸੁਲਾਇਆ ਸੀ। ਉਸ ਸੁੱਤੇ ਪਿਆਂ ਦੇ ਮੈਨੂੰ ਰੱਬ ਨੇ ਸੁਪਨਾ ਦਿਖਾ ਲਿਆ। ਸੁਪਨੇ ਦੇ ਵਿੱਚ ਮੈਂ ਘਰ ਦੇ ਬਾਹਰ ਖੜ੍ਹਾ ਹਾਂ, ਮੈਂ ਉੱਪਰ ਨੂੰ ਦੇਖ ਰਿਹਾ ਹਾਂ, ਔਰ ਮੰਮੀ ਜਾ ਰਹੇ ਆ ਉੱਪਰ ਨੂੰ ਹਵਾ ਦੇ ਵਿੱਚ, ਔਰ ਉਹ ਮੈਨੂੰ ਦੱਸ ਰਹੇ ਆ ਇੱਦਾਂ ਦੋਨਾਂ ਹੱਥਾਂ ਨਾਲ ਥੱਲੇ ਨੂੰ ਕਰਕੇ, ਓਕੇ ਬਾਏ, ਹੁਣ ਮੈਂ ਜਾ ਰਹੀ ਹਾਂ, ਮੈਂ ਯਿਸੂ ਮਸੀਹ ਨਾਲ ਜਾ ਰਹੀ ਹਾਂ। ਓਕੇ, ਓਕੇ ਬਾਏ, ਮੈਂ ਯਿਸੂ ਮਸੀਹ ਨਾਲ ਜਾ ਰਹੀ ਹਾਂ। ਔਰ ਉਹ ਯਿਸੂ ਮਸੀਹ ਨਾਲ ਗਏ, ਯਿਸੂ ਮਸੀਹ ਉਹਨਾਂ ਨੂੰ ਲੈਣ ਆਇਆ। ਔਰ ਕਿਉਂਕਿ ਉਹਨਾਂ ਨੇ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਸੀਗਾ, ਔਰ ਉਹ ਵੀ ਬਚ ਗਏ। ਜਿਹੜਾ ਰੱਬ ਨੇ ਮੈਨੂੰ ਕਿਹਾ ਸੀਗਾ ਮੰਮੀ ਦੇ ਮਦਰ ਲਈ ਆਪਣੇ ਪ੍ਰੇ ਕਰੀ ਚੱਲ, ਉਹ ਬਚ ਜਾਓਗੇ, ਉਹ ਬਚ ਜਾਓਗੇ। ਉਹ ਕੀ ਸੀਗਾ, ਉਹਨਾਂ ਦੇ ਪਾਪ ਮਾਫ ਹੋ ਜਾਓਗੇ, ਉਹ ਸਵਰਗ ਵਿੱਚ ਜਾਓਗੇ, ਉਹ ਬਚ ਜਾਓਗੇ। ਉਹ ਰੱਬ ਦਾ ਜਿਹੜਾ ਵਾਅਦਾ ਸੀਗਾ, ਪ੍ਰੋਮਿਸ ਸੀਗਾ, ਉਹ ਪੂਰਾ ਹੋਇਆ। ਉਹ ਕਹਿੰਦੇ ਪ੍ਰੇ ਕਰੀ ਚੱਲ, ਬਚ ਜਾਓਗੇ। ਅਤੇ ਜਿਹੜੇ ਭੈਣ ਵੀ ਮੈਨੂੰ ਪ੍ਰੇ ਕਰਦੀ ਜਾਂਦੀ ਸੀਗੀ ਉਹ। ਅਤੇ ਇਹ ਪ੍ਰੇਅਰਸ ਆ, ਅਗਰ ਤੁਸੀਂ ਕੋਈ ਤੁਹਾਡਾ ਭੈਣ ਭਰਾ ਉਹ ਮਸੀਹ ਵਿੱਚ ਹਾਲੇ ਨਹੀਂ ਆ ਰਿਹਾ, ਤੁਸੀਂ ਮਸੀਹ ਵਿੱਚ ਜਾਂ ਤੁਸੀਂ ਪ੍ਰੇ ਕਰ ਰਹੇ ਆ, ਪ੍ਰੇ ਕਰੀ ਚੱਲੋ, ਉਹ ਬਚ ਜਾਓਗੇ। ਔਰ ਅਗਰ ਤੁਸੀਂ ਅੱਜ ਸੁਣ ਰਹੇ ਆ, ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਨਹੀਂ ਹੈ ਹਾਲੇ, ਅਤੇ ਤੁਸੀਂ ਵਿਸ਼ਵਾਸ ਕਰ ਸਕਦੇ ਆ। ਤੁਸੀਂ, ਕਿਉਂਕਿ ਯਿਸੂ ਮਸੀਹ ਨੇ ਕਿਹਾ ਆ, ਮੈਂ ਹੀ ਰਾਹ ਸੱਚ ਅਤੇ ਜ਼ਿੰਦਗੀ ਹਾਂ। ਜਿਹੜਾ ਮੇਰੇ 'ਤੇ ਵਿਸ਼ਵਾਸ ਕਰਦਾ, ਉਸਦੇ ਪਾਪ ਮਾਫ ਹੁੰਦੇ ਆ, ਉਹ ਬਚਾਇਆ ਜਾਏਗਾ। ਉਹ ਨਰਕ ਵਿੱਚ ਨਹੀਂ, ਸਵਰਗ ਵਿੱਚ ਜਾਏਗਾ। ਯਿਸੂ ਮਸੀਹ ਸਵਰਗ ਵਿੱਚ ਗਿਆ, ਮੇਰੇ ਮਦਰ ਸਵਰਗ ਵਿੱਚ ਗਏ ਆ, ਉਹ ਬਚਾਏ ਗਏ, ਉਹਨੂੰ ਯਿਸੂ ਮਸੀਹ ਦੇ ਨਾਲ ਗਏ ਆ। ਔਰ ਯਿਸੂ ਮਸੀਹ ਵਾਪਸ ਆ ਰਿਹਾ ਹੈ, ਜਲਦ ਆ ਰਿਹਾ ਆ। ਔਰ ਕਈ ਵਾਰ ਸੁਣਦੇ ਹੋਵਾਂਗੇ ਜਲਦ ਜਲਦ ਬਹੁਤ ਚਲਾਉਂਦੇ ਕਹਿੰਦੇ ਆ, ਪਰ ਯਿਸੂ ਮਸੀਹ ਦਾ ਜਲਦ ਆਉਣ ਦਾ ਮਤਲਬ ਇਹ ਵੀ ਦੱਸ ਦਈਏ, ਜਿਹੜਾ ਰੱਬ ਬਚਨ ਦੇ ਵਿੱਚ ਲਿਖਿਆ, ਬਾਈਬਲ ਦੇ ਵਿੱਚ ਲਿਖਿਆ ਆ, ਜਿਹੜਾ ਰੱਬ ਦਾ ਇੱਕ ਦਿਨ ਆ ਉਹ 1000 ਸਾਲ ਦੇ ਬਰਾਬਰ ਆ। ਜੇ ਯਿਸੂ ਮਸੀਹ ਨੂੰ ਆਏ ਨੂੰ ਅੱਜ 2000 ਸਾਲ ਹੋਏ ਆ, ਰੱਬ ਦੇ ਦਿਨਾਂ ਦੇ ਮੁਤਾਬਕ ਹਾਲੇ ਉਹਨੂੰ 2 ਦਿਨ ਹੀ ਹੋਏ ਆ। ਅਤੇ ਉਹ ਜਲਦ ਆ ਰਿਹਾ ਆ। ਹੁਣ ਆਹ ਮੌਕਾ ਆ, ਪਸ਼ਚਾਤਾਪ ਕਰਕੇ, ਆਪਣੇ ਪਾਪਾਂ ਦਾ ਪਸ਼ਚਾਤਾਪ ਕਰਕੇ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਬੁਲਾ ਲਈਏ, ਤਾਂ ਕਿ ਸਾਡਾ ਸਵਰਗ ਦੇ ਲਈ ਰਾਸਤਾ, ਸਾਡੀ ਅਸ਼ੋਰਟੀ, ਸਾਨੂੰ ਪਾਪ ਮਾਫ ਹੋਣ, ਸਵਰਗ ਵਿੱਚ ਜਾ ਸਕੀਏ। ਸਿਰਫ ਅਤੇ ਸਿਰਫ ਇੱਕ ਦੁਆ ਕਰਨੀ ਆ, ਉਸਨੂੰ ਆਪਣਾ ਦਿਲ ਖੋਲ੍ਹ ਦਿਓ। ਤੁਸੀਂ ਵੈਸੇ ਮੇਰੇ ਪਿੱਛੇ ਪਿੱਛੇ ਬੋਲ ਸਕਦੇ ਹਾਂ, ਯਿਸੂ ਮਸੀਹ ਮੈਂ ਤੈਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ ਹਾਂ। ਤੁਸੀਂ ਇਹ ਬੋਲ ਸਕਦੇ ਆ ਹੁਣ ਮੇਰੇ ਪਿੱਛੇ ਪਿੱਛੇ, ਯਿਸੂ ਮਸੀਹ ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ ਹਾਂ, ਮੇਰੇ ਦਿਲ ਵਿੱਚ ਆ ਜਾਓ, ਮੇਰੇ ਪਾਪ ਮਾਫ ਕਰ ਦਿਓ। ਤੁਸੀਂ ਮੇਰੇ ਪਾਪਾਂ ਦੀ ਖਾਤਰ ਸੂਲੀ 'ਤੇ ਜਾਨ ਆਪਣੀ ਕੁਰਬਾਨ ਕੀਤੀ, ਔਰ 3 ਦਿਨ ਬਾਅਦ ਜੀ ਉੱਠੇ, ਔਰ ਸਵਰਗ ਵਿੱਚ ਚਲੇ ਗਏ। ਇਹੋ ਜਿਹਾ ਕਿਸੇ ਹੋਰ ਧਰਤੀ 'ਤੇ ਇਨਸਾਨ ਦੇ ਨਾਲ ਇਹੋ ਜਿਹਾ ਨਹੀਂ ਵਾਪਰਿਆ। ਉਹ ਰੱਬ ਵੱਲੋਂ ਉਹ ਰੱਬ ਇੱਕ ਧਰਤੀ 'ਤੇ ਆਇਆ, ਇਨਸਾਨ ਬਣ ਕੇ ਸਾਡੇ ਪਾਪਾਂ ਦੀ ਖਾਤਰ, ਤਾਂ ਸਾਡੇ ਪਾਪਾਂ ਦੀ ਖਾਤਰ ਉਸਨੇ ਬਲੀ ਦਿੱਤੀ, ਤਾਂ ਕਿ ਜਿਹੜਾ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਯਿਸੂ ਮਸੀਹ ਜੋ ਧਰਤੀ 'ਤੇ ਆਉਣ ਤੋਂ ਪਹਿਲਾਂ ਉਸਦਾ ਨਾਂ ਸ਼ਬਦ ਆ, ਸ਼ਬਦ, ਉਹ ਸ਼ਬਦ ਜਿਸ ਦੁਆਰਾ ਸਭ ਕੁਝ ਰਚਿਆ ਗਿਆ। ਯਹੋਨਾ ਦੀ ਇੰਜੀਲ ਉਹਦੀ ਪਹਿਲੇ ਸ਼ੁਰੂ ਵਿੱਚ ਤੁਸੀਂ ਪੜ੍ਹ ਸਕਦੇ ਆ। ਉਹ ਸ਼ਬਦ ਜਿਸ ਤੋਂ ਸਭ ਕੁਝ ਰਚਿਆ ਗਿਆ, ਉਹ ਸ਼ਬਦ ਪਰਮੇਸ਼ਰ ਸ਼ਬਦ,
ਔਰ ਉਹ ਸ਼ਬਦ ਦੇਹ ਧਾਰ ਕੇ ਆਇਆ, ਯੋਹੰਨਾ ਦੀ ਇੰਜੀਲ ਪਹਿਲੇ 14 ਦੇ ਵਿੱਚ ਲਿਖਿਆ, ਉਹ ਦੇਹ ਧਾਰ ਕੇ ਇਨਸਾਨ ਦੇ ਰੂਪ ਵਿੱਚ ਆਇਆ। ਅਗਰ ਉਸ ਨੂੰ ਕਬੂਲ ਕਰੋਗੇ, ਤੁਹਾਡੇ ਪਾਪ ਮਾਫ ਹੋ ਜਾਓਗੇ, ਤੁਹਾਨੂੰ ਸ਼ਾਂਤੀ ਉਹ ਆਪਣੀ ਦੇਵੇਗਾ, ਔਰ ਉਹ ਤੁਹਾਨੂੰ ਉਸ ਦਾ ਵਾਅਦਾ ਆ, ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦੇਵੇਗਾ, ਔਰ ਤੁਹਾਡੇ ਲਈ ਜ਼ਿੰਦਗੀ ਤੁਹਾਡੀ ਕਾਮਯਾਬ ਹੋਏਗੀ। ਆਪਣੀ ਉਸ ਦੀ ਸ਼ਾਂਤੀ, ਉਸ ਦੀ ਬਰਕਤ ਪਾਓਗੇ, ਉਹ ਤੁਹਾਡੀ ਜੰਗ ਲੜੇਗਾ। ਕੋਈ ਵੀ ਬੋਝ, ਕੋਈ ਵੀ ਪ੍ਰੋਬਲਮ, ਯਿਸੂ ਮਸੀਹ ਕਹਿੰਦਾ ਮੇਰੇ ਕੋਲ ਆਓ, ਮੈਂ ਤੁਹਾਡਾ ਭਾਰ ਹਲਕਾ ਕਰੂੰਗਾ। ਔਰ ਇਹ ਬਿਲਕੁਲ ਸੱਚ ਹੈ, ਮੇਰੇ ਨਾਲ ਇਸ ਤਰ੍ਹਾਂ ਹੋਇਆ। ਉਸ ਟਾਈਮ ਬੜੇ ਪਰੇਸ਼ਾਨੀ ਦੇ ਵਿੱਚ ਸੀਗੇ ਅਸੀਂ, ਬੜਾ ਹਾਲਾਤ ਇਹੋ ਜਿਹੇ ਸੀਗੇ, ਹਰ ਪਾਸਿਓਂ ਮੁਸ਼ਕਿਲ, ਪ੍ਰੋਬਲਮ, ਪਰੇਸ਼ਾਨੀ ਦੇ ਵਿੱਚ ਸੀਗੇ ਜਦੋਂ ਮਦਰ ਨੂੰ ਕੈਂਸਰ ਸੀਗਾ। ਔਰ ਉਸ ਦੇ ਵਿੱਚ ਵੀ ਉਸਨੇ ਸਾਨੂੰ ਸ਼ਾਂਤੀ ਦਿੱਤੀ, ਔਰ ਉਹ ਬਿਲਕੁਲ ਉਹ ਸ਼ਾਂਤੀ ਦਾ ਰਾਜਕੁਮਾਰ ਆ। ਅਗਰ ਤੁਸੀਂ ਸ਼ਾਂਤੀ ਚਾਹੁੰਦੇ ਆ, ਉਹ ਬੋਝਲੇ ਦੱਬੇ ਪਏ ਆ, ਯਿਸੂ ਮਸੀਹ ਨੂੰ ਕਬੂਲ ਕਰਕੇ ਦੇਖੋ, ਔਰ ਸਿਰਫ ਤੁਹਾਨੂੰ ਇੱਥੇ ਸ਼ਾਂਤੀ ਹੀ ਨਹੀਂ ਦੇਵੇਗਾ, ਤੁਹਾਡਾ ਸਿਰਫ ਭਾਰ ਹੀ ਹਲਕਾ ਨਹੀਂ ਕਰੇਗਾ, ਉਹ ਤੁਹਾਡੇ ਪਾਪ ਵੀ ਮਾਫ ਹੁੰਦੇ ਆ, ਮੁਕਤੀ, ਸੈਲਵੇਸ਼ਨ ਮਿਲਦੀ ਆ। ਕਿਉਂਕਿ ਯਿਸੂ ਮਸੀਹ ਕਹਿੰਦਾ ਮੈਂ ਹੀ ਰਾਹ, ਸੱਚ ਤੇ ਜ਼ਿੰਦਗੀ ਆ। ਉਹ ਕਹਿੰਦਾ ਮੈਂ ਦਰਵਾਜ਼ਾ ਆ, ਸਵਰਗ ਦਾ ਦਰਵਾਜ਼ਾ, ਉੱਥੋਂ ਹੀ ਲੰਘ ਕੇ ਜਾਣਾ, ਹੋਰ ਕੋਈ ਰਾਸਤਾ ਨਹੀਂ ਹੈ। ਯਿਸੂ ਮਸੀਹ ਕਹਿੰਦਾ ਮੈਂ ਹੀ ਦਰਵਾਜ਼ਾ ਆ, ਮੇਰੇ ਤੋਂ ਬਿਨਾਂ। ਯਿਸੂ ਨੇ ਤਾਂ ਕਿਹਾ, ਅਸੀਂ ਬਾਈਬਲ ਨੇ ਜੋ ਲਿਖਿਆ ਉਹੀ ਪੜ੍ਹ ਰਹੇ ਹਾਂ, ਉਹ ਇੱਧਰ ਉੱਧਰੋਂ ਕੁਛ ਨਹੀਂ ਕਰ ਰਹੇ। ਯਿਸੂ ਮਸੀਹ ਕਹਿੰਦਾ ਪਿਤਾ ਕੋਲ ਕੋਈ ਨਹੀਂ ਆਉਂਦਾ, ਸਿਰਫ ਮੇਰੇ ਵਿੱਚੋਂ ਦੀ ਆਉਂਦਾ, ਕਿਉਂਕਿ ਮੈਂ ਦਰਵਾਜ਼ਾ ਹਾਂ। ਆਪਾਂ ਸੋਚਦੇ ਹੋਵਾਂਗੇ ਅਸੀਂ ਚੰਗੇ ਕੰਮ ਕਰ ਲਈਏ, ਇਹ ਕਰ ਲਈਏ, ਆਪਾਂ ਵੱਖਰੇ ਵੱਖਰੇ ਹਰ ਇੱਕ ਦੇ ਤਰੀਕੇ ਆ, ਪਰ ਯਿਸੂ ਮਸੀਹ ਜੋ ਕਹਿੰਦਾ ਉਸ 'ਤੇ ਧਿਆਨ ਦਿਓ, ਬਾਈਬਲ ਜੋ ਕਹਿੰਦੇ ਉਸ 'ਤੇ ਧਿਆਨ ਦਿਓ। ਬਾਈਬਲ ਨੂੰ ਖੁਦ ਪੜ੍ਹ ਲਓ, ਦੇਖ ਲਓ ਕੀ ਲਿਖਿਆ, ਯੋਹੰਨਾ ਦੀ ਇੰਜੀਲ ਪੜ੍ਹ ਲਓ, ਜਾਂ ਹੋਰ ਵੀ ਆ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਔਰ ਇੱਥੇ ਮੈਂ ਆਪਣੀ ਗਵਾਹੀ ਨੂੰ ਖਤਮ ਕਰਦਾ ਹਾਂ, ਔਰ ਸਭ ਨੂੰ ਜੈ ਮਸੀਹ ਕਹਿੰਦਾ ਆ, ਪ੍ਰੇਜ਼ ਦ ਲਾਰਡ ਕਹਿੰਦਾ। ਪਰਮੇਸ਼ਵਰ ਦੀ ਬਰਕਤ, ਆਪਦੀ ਸ਼ਾਂਤੀ ਤੁਹਾਡੇ ਲਈ ਮੰਗਦੇ ਆ।